हाँ जी, सत श्री अकाल सारिਆਂ ਨੂੰ एक बार फिर तो स्वागत करते हैं गुरुकुल अबोहर ਦੇ ਇਸ ऑनलाइन प्लेटफॉर्म ਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ 5th ਆਫ ਮਈ ਨੂੰ ਜਿਹੜਾ ईडीटी ਕੈਡਰ 5994 ਨੂੰ ਟਾਰਗੇਟ ਬਣਾ ਕੇ ਲਗਾਤਾਰ ਜਿਸ ਚੀਜ਼ ਦੀ ਮੰਗ ਸੀ ਉਸ ਚੀਜ਼ ਨੂੰ ਲੈ ਕੇ ਆਪਣਾ ਜਿਹੜਾ ਬੈਚ ਹੈ ਉਹ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹ SST ਦੀ ਪਹਿਲੀ ਜਿਹੜੀ ਡੈਮੋ ਕਲਾਸ ਰਹਿਣ ਵਾਲੀ ਹੈ। ਆਪਣਾ ਜਿਹੜਾ ਹੈ SST ਸਬਜੈਕਟ ਹੈ ਜਿਹੜਾ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ। ਤੁਹਾਨੂੰ ਜਿਵੇਂ ਕਿ ਪਤਾ ਹੀ ਹੋਏਗਾ ਕਿ SST ਦੀ ਵੇਟੇਜ ਹੈ ईडीटी ਕੈਡਰ 'ਚ 15 ਮਾਰਕਸ ਦੀ ਹੈ। 15 ਮਾਰਕਸ ਦੀ ਹੈ। ਅੱਛਾ, ਮੇਰੀ ਫਿਰ ਰਿਕੁਐਸਟ ਹੈਗੀ ਹੈ, ਇਹ ਗੱਲ ਤਾਂ ਕਹਿਣੀ ਨਾ ਹੀ ਪਵੇ ਕਿ ਵੀਡੀਓ ਨੂੰ ਲਾਈਕ ਕਰੋ, ਫਰੈਂਡਸ ਨਾਲ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਤੁਹਾਡੀ ਡਿਊਟੀ ਹੈ, ਤੁਸੀਂ ਆਪਣੀ ਡਿਊਟੀ ਭੁਗਤਾ ਦੇਣਾ ਵੀ। 15 ਮਾਰਕਸ ਦੀ ਵੇਟੇਜ ਰਹਿਣ ਵਾਲੀ ਹੈ ਤੇ ਆਪਾਂ ਪਤਾ ਹੋਣਾ ਚਾਹੀਦਾ ਵੀ ਕਿਸ ਤਰੀਕੇ ਨਾਲ ਪੈਟਰਨ ਰਹੇਗਾ। ਆਪਣੀ ਪੋਲਿਟੀ ਹੈ ਜਿਹੜੀ ਉਹ 4 ਨੰਬਰ ਦੀ ਵੇਟੇਜ ਰੱਖੇਗੀ। ਪੰਜਾਬ ਹਿਸਟਰੀ ਹੈਗੀ ਹੈ ਉਹਦੇ ਵਿੱਚ 4 ਨੰਬਰ ਦੀ ਵੇਟੇਜ ਤੁਸੀਂ ਆਹ ਮੰਨ ਲਓ। ਫਿਰ ਉਸ ਤੋਂ ਬਾਅਦ ਆਪਣੇ ਜਿਹੜਾ ਹੈ ਤੀਸਰੇ ਨੰਬਰ ਤੇ ਜਿਓਗ੍ਰਾਫੀ ਰਹੇਗੀ, 4 ਨੰਬਰ ਦੀ ਵੇਟੇਜ ਇਸ ਦੀ ਰਹਿ ਸਕਦੀ ਹੈ ਤੇ ਇਕਨੋਮਿਕਸ ਹੈ ਜਿਹੜੀ 3 ਨੰਬਰ ਦੀ ਵੇਟੇਜ ਲੈ ਕੇ ਟੋਟਲ 15 ਨੰਬਰ ਦਾ ਜਿਹੜਾ ਕੰਟੈਂਟ ਕੁਛ ਇਸ ਤਰੀਕੇ ਨਾਲ ਰਹੇਗਾ। ਸੋ ਮੇਰਾ ਟਾਰਗੇਟ ਰਹੇਗਾ ਕਿ ਆਪਾਂ ਇਸ ਚੀਜ਼ ਨੂੰ ਬੜਾ ਬਾਰੀਕੀ ਨਾਲ ਜਾਣੀਏ। ਆਪਣੇ ਲੈਕਚਰਸ 40-50 ਹੋ ਸਕਦੇ ਆ ਪਰ ਆਪਾਂ ਪੂਰਾ ਡਿਟੇਲ ਦੇ ਵਿੱਚ ਜਾਣਾਂਗੇ। ਕਾਹਲੀ ਕਰਨ ਦਾ ਕੋਈ ਤੁਕ ਨਹੀਂ ਹੈ ਜੀ। ਟਾਰਗੇਟ ਆਪਣਾ ਜਿਹੜਾ ਹੈ ਜਿਵੇਂ ਕਿ ਆਪਾਂ ਡੈਮੋ ਲੈਕਚਰ 'ਚ ਦੱਸ ਹੀ ਦਿੱਤਾ ਸੀ ਕਿ ਆਪਣਾ ਜਿਹੜਾ ਟਾਰਗੇਟ ਰਹੇਗਾ ਉਹ 70% 70 ਜਿਹੜਾ ਹੈ ਨੰਬਰ ਲੈਣੇ ਹੈ, 70% ਨੂੰ ਆਪਾਂ ਕ੍ਰੋਸ ਕਰਨਾ ਹੈ ਜੀ। ਠੀਕ ਹੈ, ਸਾਡੀ ਗਾਈਡੈਂਸ, ਤੁਹਾਡੀ ਮਿਹਨਤ, ਰਲ ਮਿਲ ਕੇ ਚੱਲਦੇ ਹਾਂ, ਕੁਛ ਨਾ ਕੁਛ ਲੈ ਖੱਟਾਂਗੇ ਆਪਾਂ। ਹਾਂਜੀ, ਸੋ ਟੌਪਿਕ ਹੈ ਆਪਣਾ ਫੀਚਰਸ। ਪਹਿਲਾ ਟੌਪਿਕ ਹੈ ਜੀ ਤੁਹਾਡਾ ਫੀਚਰਸ ਆਫ ਦਾ ਇੰਡੀਅਨ ਕੌਨਸਟੀਟਿਊਸ਼ਨ। ਵਿਸ਼ੇਸ਼ਤਾਵਾਂ ਜੀ, ਕਾਹਦੀਆਂ ਵਿਸ਼ੇਸ਼ਤਾਵਾਂ? ਇੰਡੀਅਨ ਕੌਨਸਟੀਟਿਊਸ਼ਨ, ਇੰਡੀਅਨ ਕੌਨਸਟੀਟਿਊਸ਼ਨ। ਠੀਕ ਹੈ, ਵਿਸ਼ੇਸ਼ਤਾਵਾਂ ਸ਼ੁਰੂ ਕਰਨ ਜਾ ਰਹੇ ਹਾਂ ਜੀ। ਤੇ ਜੋ ਤੁਹਾਨੂੰ ਨੋਟ ਕਰਵਾਇਆ ਜਾ ਰਿਹਾ ਹੈ ਉਹ ਮੇਰੀ ਰਿਕੁਐਸਟ ਹੈਗੀ ਤੁਸੀਂ ਆਪਦੇ ਜਿਹੜੇ ਨੋਟਸ ਦਾ ਫਾਈਨਲ ਟੱਚ ਦਿੰਦੇ ਰਹੋਗੇ। ਕੌਨਸਟੀਟਿਊਸ਼ਨ ਦੀਆਂ ਵਿਸ਼ੇਸ਼ਤਾਵਾਂ ਕਰ ਰਹੇ ਹਾਂ। ਕੌਨਸਟੀਟਿਊਸ਼ਨ ਦੀ ਪਹਿਲੀ ਵਿਸ਼ੇਸ਼ਤਾ ਆ ਗਈ, ਆਪਣੀ ਪਹਿਲੀ ਵਿਸ਼ੇਸ਼ਤਾ ਹੈਗੀ ਹੈ ਜੀ ਕੰਸਟਰਕਟਿਡ ਕੌਨਸਟੀਟਿਊਸ਼ਨ। ਕੰਸਟਰਕਟਿਡ ਕੌਨਸਟੀਟਿਊਸ਼ਨ, ਨਿਰਮਿਤ ਸੰਵਿਧਾਨ। ਆਪਣੇ ਭਾਰਤੀ ਸੰਵਿਧਾਨ ਦੀ ਜਿਹੜੀ ਪਹਿਲੀ ਵਿਸ਼ੇਸ਼ਤਾ ਰਹੇਗੀ, ਪੰਜਾਬੀ 'ਚ ਵੀ ਲਿਖ ਸਕਦੇ ਹੋ ਜੀ, ਨਿਰਮਿਤ ਸੰਵਿਧਾਨ। ਨਿਰਮਿਤ ਸੰਵਿਧਾਨ ਹੈ ਭਾਰਤੀ ਸੰਵਿਧਾਨ ਦੀ ਪਹਿਲੀ ਵਿਸ਼ੇਸ਼ਤਾ ਹੈ। ਆਪਣੇ ਭਾਰਤੀ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ। ਨਿਰਮਾਣ ਕੀਤਾ ਕਿਹਨੇ ਜੀ? ਬਾਏ CA। ਸਬਰ ਰੱਖਿਓ ਜੀ, ਹਰ ਇੱਕ ਪੁਆਇੰਟ ਨੂੰ ਬੜਾ ਬਾਰੀਕੀ ਨਾਲ ਕਲੀਅਰ ਕਰੂੰਗਾ। ਤੁਸੀਂ ਕਹੋਗੇ ਸਰ CA ਕੀ ਹੈ, ਮੈਂ ਕਹੂੰਗਾ ਜੀ ਕੌਨਸਟੀਟਿਊਐਂਟ ਅਸੈਂਬਲੀ ਹੈ। ਠੀਕ ਹੈ, ਆਪਣੀ ਪੰਜਾਬੀ 'ਚ ਕਹੋਗੇ ਸੰਵਿਧਾਨ ਸਭਾ। ਆਪਣੀ ਸੰਵਿਧਾਨ ਸਭਾ ਹੈ ਜਿਹੜੀ ਉਸ ਨੂੰ CA ਦੇ ਤੌਰ ਤੇ ਮੈਂ ਇਹ ਸ਼ਬਦ ਲਿਖੂੰਗਾ ਤੁਹਾਡੇ ਲਈ। CA ਨੇ ਆਪਣੀ ਜਿਹੜਾ ਹੈ ਸੰਵਿਧਾਨ ਲਿਖਣ ਦਾ ਕੰਮ ਕੀਤਾ ਹੈ। ਥੋੜਾ ਜਿਹਾ ਹਿਸਟੋਰਿਕ ਬੈਕਗ੍ਰਾਉਂਡ ਤੋਂ ਜਾਣੂ ਹੁੰਨੇ ਆ। ਮੈਂ ਕੁਝ ਕਾਮਨ ਪੁਆਇੰਟਸ ਹੈ ਮੈਂ ਇੱਥੇ ਲਿਖਦਾ ਰਹੂੰਗਾ ਤੁਹਾਡੇ ਲਈ। ਮੈਂ ਕੁਝ CA ਲਈ ਮਤਲਬ ਜਿਹੜੀ ਹੈ ਕੌਨਸਟੀਟਿਊਐਂਟ ਅਸੈਂਬਲੀ, ਇਹਦੇ ਕੁਝ ਜਨਰਲ ਪੁਆਇੰਟ ਆਪਾਂ ਸੈਕਿੰਡ ਸਲਾਈਡ ਤੇ ਰੱਖਾਂਗੇ। ਠੀਕ ਹੈ, ਕੌਨਸਟੀਟਿਊਐਂਟ ਅਸੈਂਬਲੀ ਤੁਸੀਂ ਉੱਦਾਂ ਹੀ ਨੋਟਸ ਬਣਾਉਂਦੇ ਜਾਇਓ ਜੀ ਆਪਦੇ। ਠੀਕ ਹੈ, ਚਲੋ CA ਦੇ ਲਈ ਸਭ ਤੋਂ ਪਹਿਲਾਂ ਆਪਾਂ ਜਾਣੂ ਹੋਣਾ ਹੈ ਕਿ ਆਪਣੇ ਬ੍ਰਿਟੇਨ ਸਾਡੇ ਰੂਲਰ ਸੀਗੇ, ਸਾਡੇ ਤੇ ਰੂਲ ਕਰਕੇ ਗਏ ਸੀਗੇ। ਮਾਰਚ 1946 ਦੇ ਵਿੱਚ, ਮਾਰਚ 1946 ਦੇ ਵਿੱਚ ਜਿਹੜਾ ਸਾਡੇ ਕੀ ਇੱਕ ਕੈਬਨਿਟ ਮਿਸ਼ਨ ਚੱਲ ਕੇ ਆਇਆ ਸੀ। ਕੀ ਚੱਲ ਕੇ ਆਇਆ ਸੀਗਾ? ਕੈਬਨਿਟ ਮਿਸ਼ਨ ਚੱਲ ਕੇ ਆਇਆ ਸੀਗਾ। ਕੈਬਨਿਟ ਮਿਸ਼ਨ ਦਾ ਕੰਮ ਸਰਵੇ ਕਰਨਾ ਸੀਗਾ। ਕੈਬਨਿਟ ਮਿਸ਼ਨ ਦਾ ਕੰਮ ਸਰਵੇ ਕਰਨਾ ਸੀ। ਮੈਂ ਪੰਜਾਬੀ 'ਚ ਵੀ ਲਿਖਦਾ ਜੇ ਕਿਸੇ ਨੂੰ ਥੋੜੀ ਬਹੁਤ ਦਿੱਕਤ ਆ ਰਹੀ ਹੈ। ਕੈਬਨਿਟ ਮਿਸ਼ਨ, ਇਹਦਾ ਕੰਮ ਸਿਰਫ ਔਰ ਸਿਰਫ ਸਰਵੇ ਕਰਨਾ ਸੀਗਾ ਕਿ ਭਾਰਤ ਆਪਣੇ ਪੈਰਾਂ ਤੇ ਸਟੈਂਡ ਹੋਣ ਦੇ ਕਾਬਿਲ ਹੈ ਜਾਂ ਨਹੀਂ ਹੈ। ਸਿਰਫ ਇਸ ਚੀਜ਼ ਦਾ ਸਰਵੇ ਕਰਨ ਆਇਆ ਸੀਗਾ ਤੇ ਉਹ ਕਾਫੀ ਹੱਦ ਤੱਕ ਹੈ ਜਿਹੜੇ ਸਕਸੈਸਫੁਲ ਰਹੇ ਸੀਗੇ। ਉਹਨਾਂ ਨੇ ਦੱਸਿਆ ਵੀ ਕਿ ਯੈਸ, ਭਾਰਤ ਆਪਣੇ ਪੈਰਾਂ ਤੇ ਸਟੈਂਡ ਹੋਣ ਦੇ ਕਾਬਿਲ ਹੈ। ਅਸਲ 'ਚ ਕੈਬਨਿਟ ਮਿਸ਼ਨ ਸੀ ਕਿ ਇੱਕ 3 ਮੈਂਬਰੀ ਕਮੇਟੀ ਹੈ। ਕੀ ਸੀਗੀ? ਇੱਕ 3 ਮੈਂਬਰਸ ਕਮੇਟੀ ਸੀ। ਇੱਕ 3 ਮੈਂਬਰੀ ਕਮੇਟੀ ਸੀਗੀ ਜਿਸ ਨੇ ਭਾਰਤ ਦਾ ਦੌਰਾ ਕੀਤਾ ਸੀਗਾ। 3 ਮੈਂਬਰਸ ਕਮੇਟੀ ਸੀਗੀ। ਉਹ 3 ਮੈਂਬਰ ਦੀ ਮੈਂ ਟ੍ਰਿਕ ਵੀ ਦੱਸ ਦਿੰਦਾ ਤੁਹਾਨੂੰ। ਕੈਬਨਿਟ ਮਿਸ਼ਨ ਦੇ ਮੈਂਬਰ ਯਾਦ ਰੱਖਿਓ ਜੀ। ਟ੍ਰਿਕ ਹੈ ਪਾਸ। P ਤੇ ਆ ਜਾਏਗਾ ਪੈਥਿਕ ਲਾਰੈਂਸ,
पैथिक लॉरेंस, ए ते आ जाएगा एवी अलेक्जेंडर, ए ते आ जाएगा एवी अलेक्जेंडर, ठीक है। ते एस ते आ जाएगा सर स्टैफोर्ड क्रिप्स, सर स्टैफोर्ड क्रिप्स। आ 3 मैंबरी कमेटी सीगी, आ कैबिनेट मिशन भारत चल के आया सीगा जी, ठीक है जी। इस तो बाद आप अगे मूव ऑन करते हैं, कुछ पॉइंट्स होर क्लीयर करते हैं। मैं उम्मीद करदा समझ गए कि मार्च 1946 ਦੇ ਵਿੱਚ ਜਿਹੜਾ कैबिनेट मिशन है ਜਿਹੜਾ भारत ਦਾ ਦੌਰਾ ਕਰਨ ਆਇਆ ਸੀਗਾ, 3 ਮੈਂਬਰੀ ਕਮੇਟੀ ਸੀ। ਪਾਸ ਟ੍ਰਿਕ ਹੈ ਪੈਥਿਕ ਲॉरेंस, एवी अलेक्जेंडर, सर स्टैफोर्ड क्रिप्स, ਤੇ ਇਸ ਨੇ ਸੁਜੈਸਟ ਕਰਤਾ ਸੀਗਾ, ठीक है। ਸੁਜੈਸਟ ਕੀ ਕਰਤਾ, ਧਿਆਨ ਨਾਲ ਹੋਰ ਸਮਝਦੇ ਆ। ਮੈਂ ਇੱਥੇ ਤਾਂ ਸਿਰਫ ਕਾਮਨ ਪੁਆਇੰਟਸ ਲਿਖੂੰਗਾ ਜਿਹੜੇ ਜਿਹੜੇ ਆਪਾਂ ਚੱਕ ਕੇ ਲਿਆਉਣੇ ਆ। ਦੂਜਾ ਪੁਆਇੰਟ ਲਿਖ ਰਿਹਾ ਮੈਂ ਇੱਥੇ, ਆਪਣੇ ਜਿਹੜਾ ਕੈਬਨਿਟ ਮਿਸ਼ਨ ਚੱਲ ਕੇ ਆਇਆ ਸੀਗਾ, ਮੈਂ ਹੁਣੀ ਦੱਸ ਕੇ ਹਟਿਆ, ਮਾਰਚ 1946 ਚੱਲ ਕੇ ਆਇਆ ਸੀਗਾ। ਇਸ ਨੇ ਸੁਜੈਸਟ ਕੀਤਾ, ਸਲਾਹ ਦਿੱਤੀ, ਪੰਜਾਬੀ ਚ ਲਿਖ ਸਕਦੇ ਹੋ ਸਲਾਹ ਦਿੱਤੀ, ਸੁਜੈਸਟਡ ਟੂ ਇੰਡੀਆ, ਭਾਰਤ ਨੂੰ ਸਲਾਹ ਦੇਤੀ ਵੀ ਕੀ ਬਣਾਉਣ ਦੇ ਲਈ, ਟੂ ਮੇਕ ਸੀਏ, ਟੂ ਮੇਕ CA। ਕਹਿੰਦੇ ਤੁਹਾਡੀ ਕਨਸਟੀਟਿਊਐਂਟ ਅਸੈਂਬਲੀ ਬਣਾ ਲਓ, ਮੈਂ ਸ਼ਾਰਟ ਫਾਰਮ ਲਿਖ ਰਿਹਾ ਵੀ ਕਨਸਟੀਟਿਊਐਂਟ ਅਸੈਂਬਲੀ, ਸੰਵਿਧਾਨ ਸਭਾ, ਕਹਿੰਦੇ ਤੁਹਾਡੀ ਸੰਵਿਧਾਨ ਸਭਾ ਬਣਾਓਗੇ, ਇਸ ਸੰਵਿਧਾਨ ਸਭਾ ਦਾ ਜਿਹੜਾ ਨਿਰਮਾਣ ਕੀਤਾ ਜਾਵੇ। ਆ ਲਓ ਜੀ, ਕਹਿੰਦੇ CA ਬਣਾ ਲਓ ਤੁਹਾਡੀ। ਹੁਣ CA ਅੱਜ ਵਾਲੇ ਤਰ੍ਹਾਂ ਕੰਮ ਨਹੀਂ ਸੀਗਾ ਵੀ ਜਿਵੇਂ ਆਪਣੇ 28 ਰਾਜ ਹੈਗੇ ਹੈ, 28 ਸਟੇਟਸ ਹੈ, ਅੱਜ ਆਪਣੇ 8 UT ਹੈ। ਉਦੋਂ ਭਾਰਤ ਕੀ ਸੀਗਾ ਉਹ ਜਾਣਦੇ ਆ। ਬਿਫੋਰ ਇੰਡੀਪੈਂਡੈਂਸ ਆਪਣੀ ਜਿਹੜੀਆਂ 562 ਪ੍ਰਿੰਸਲੀ ਸਟੇਟ ਸੀਗੀਆਂ, 562 ਪ੍ਰਿੰਸਲੀ ਸਟੇਟ ਸੀਗੀਆਂ, ਮਤਲਬ ਸੁਤੰਤਰ ਰਿਆਸਤਾਂ ਸੀਗੀਆਂ, ਸੁਤੰਤਰ ਰਿਆਸਤਾਂ, ਠੀਕ ਹੈ। ਸੁਤੰਤਰ ਰਿਆਸਤਾਂ, ਇਹਦੇ ਵਿੱਚੋਂ ਟੋਟਲ 93 ਮੈਂਬਰਸ ਦਾ ਨੋਮੀਨੇਸ਼ਨ ਹੋਇਆ ਸੀ, ਨਾਮਾਂਕਣ ਹੋਇਆ ਸੀਗਾ। 93 ਬੰਦਾ ਚੁਣ ਕੇ ਆਇਆ ਸੀਗਾ। 93 ਬੰਦਾ ਪ੍ਰਿੰਸਲੀ ਸਟੇਟਸ ਨੂੰ ਰੀਪ੍ਰੈਜ਼ੈਂਟ ਕਰ ਰਿਹਾ ਸੀ। ਸੌਖੇ ਸ਼ਬਦਾਂ ਸਮਝੋ, 9 ਬ੍ਰਿਟਿਸ਼ ਰਾਜ ਸੀਗੇ, 9 ਬ੍ਰਿਟਿਸ਼ ਸਟੇਟ ਸੀਗੀਆਂ। ਇਹਨੂੰ 292 ਬੰਦਾ ਰੀਪ੍ਰੈਜ਼ੈਂਟ ਕਰ ਰਿਹਾ ਸੀ, ਤੇ 4 ਸੀ ਆਪਣੇ ਚੀਫ ਕਮਿਸ਼ਨਰ ਪ੍ਰੋਵਿੰਸ, ਪ੍ਰੋਵਿੰਸ ਹੁੰਦੇ ਆ ਸੂਬੇ। मैं इन डिटेल दसूँगा, थोड़ा जिहा सबर रखो, तुहानूं इसका मीनिंग भी समझाया जाऊगा। टोटल मैंबर हो गए 399 मैंबर। पहला जनरल क्वेश्चन CA बारे, पहला जनरल क्वेश्चन है CA दे टोटल मैंबरस पूछे जा सकते हैं, तुहानूं टोटल मैंबरस पूछे जा सकते हैं। तुसीं कहोगे सर देयर वर 389 मैंबरस, 399 मैंबर सीगे। पहला क्वेश्चन हो गया जी। चलो हुण इहनूं कंसैप्ट नूं क्लीयर करते हैं भी आपां। ब्रिटिश राज आ मन के चलो पंजाब है, आ अवध है, आ बंगाल है, मतलब ये अपने राज होंदे सी। इन्हां दी संख्या कितनी सीगी, 9 सीगी। इस दे विच कुछ रियासतां आजाद हुंदियां सी, इहदे च सुतंत्र राज ही बहिंदे सी। जिवें पंजाब दी गल कर लेना, कलसिया, नालागढ़, मलेरकोटला, जींद, ये अपने की हुंदियां सी, सुतंत्र रियासतां हुंदियां सीगीआं। समझ पा रहे हो, सुतंत्र रियासतां, पूरा इंडिया गुलाम नहीं सी, इहदे विच कुछ सुतंत्र राजे भी हुंदे सीगे। चीफ कमिश्नर प्रोविंस, ध्यान नाल समझो, चीफ कमिश्नर प्रोविंस की है, ਅੱਜ ਦੀ ਕੀ ਹੈ, ਅੱਜ ਦੀ UT ਹੈ, ਅੱਜ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ। ਤੁਸੀਂ ਭਲੀ ਭਾਂਤੀ ਵਾਕਿਫ ਹੋਵੋਗੇ, ਆਪਣੀ ਜਿਹੜਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੁੰਦੇ ਉੱਥੇ ਲੈਫਟੀਨੈਂਟ ਗਵਰਨਰ ਅਪਾਇੰਟ ਕਰਦੇ ਆ। ਭਾਰਤ ਦੀ ਭੂਮੀ ਹੈ ਨਾ, ਉਵੇਂ ਆ ਤਾਂ ਸੀ ਬ੍ਰਿਟਿਸ਼ ਇੰਡੀਆ ਹੀ, ਬਟ ਚੀਫ ਕਮਿਸ਼ਨਰ ਬੰਦੇ ਹੁੰਦੇ ਸੀਗੇ। ਮੈਂ ਇਹਦੀ ਵੀ ਟ੍ਰਿਕ ਦੱਸ ਦਿੰਦਾ ਤੁਹਾਨੂੰ, ABCD। A ਤੇ ਆ ਜਾਏਗਾ ਅਜਮੇਰ, ਅਜਮੇਰ। B ਤੇ ਆ ਜਾਏਗਾ ਬਲੂਚਿਸਤਾਨ, ਬਲੂਚਿਸਤਾਨ। C ਤੇ ਆ ਜਾਏਗਾ ਕੁਰਗ, ਤੇ D ਤੇ ਆ ਜਾਏਗਾ ਦਿੱਲੀ। ਆਹ 4 ਚੀਫ ਕਮਿਸ਼ਨਰ ਪ੍ਰੋਵਿੰਸ ਸੀਗੇ। ਇੱਥੇ ਚੀਫ ਕਮਿਸ਼ਨਰ ਨਾਂ ਦੀ ਪੋਸਟ ਹੁੰਦੀ ਸੀਗੀ। ਦਿੱਲੀ ਅੱਜ ਦੀ ਦਿੱਲੀ ਹੈ, ਉਵੇਂ ਹੀ ਉੱਥੇ ਜਾ ਕੇ ਚੀਫ ਕਮਿਸ਼ਨਰ ਬਹਿੰਦਾ ਹੁੰਦਾ ਸੀ। ਆਹ ਸੀ ਬ੍ਰਿਟਿਸ਼ ਇੰਡੀਆ, ਆਹ ਸੀ ਬ੍ਰਿਟਿਸ਼ ਇੰਡੀਆ। ਬ੍ਰਿਟਿਸ਼ ਇੰਡੀਆ ਇਸ ਨੂੰ ਕਿਹਾ ਜਾਂਦਾ ਸੀ। ਇਸ ਬ੍ਰਿਟਿਸ਼ ਇੰਡੀਆ ਦੇ ਵਿੱਚੋਂ ਟੋਟਲ 296 ਰਿਪਰੈਜ਼ੈਂਟੇਟਿਵ ਸੀ, 296 रिप्रजेंटेटिव सी। उम्मीद करदा समझ आ गया होगा जी तुहानूं। प्रिंसली स्टेट्स 93, उस तो बाद अपने 9 ब्रिटिश राज्यों चों 292, 4 चीफ कमिश्नर प्रोविंस दे विचों 4 बंदा, टोटल 389 मैंबरस है जिहड़े इस नूं रिप्रजेंट कर रहे सी। उम्मीद करदा कि अपनी CA दी पहली जिहड़ी है चीज़ तुहानूं समझ आ गई होएगी। अगला स्लाइड बना रहा इंपॉर्टेंट डेट्स, इंपॉर्टेंट डेट्स। चलो मैं लिख लेना
फस्ट मैं सीए की गल कर रहा अपनी वही भी मैं फिर वार वार उस चीज़ को रिपीट करा समझ आयो जी। मैं कॉन्स्टिट्यूएंट असैंबली की गल कर रहा संविधान सभा की गल कर रहा ठीक है। अपनी सीए की फस्ट मीटिंग कदों हुई सी? फस्ट मीटिंग 9 दिसंबर 1946 ਨੂੰ ਹੋਈ ਸੀਗੀ। 9 ਦਸੰਬਰ 1946 ਨੂੰ ਸੀਏ ਦੀ ਪਹਿਲੀ ਬੈਠਕ ਹੁੰਦੀ ਹੈ। ਇਹਦਾ ਪ੍ਰਧਾਨ ਕੌਣ ਸੀਗਾ? ਡਾਕਟਰ ਸਚਿਦਾਨੰਦ ਸਿਨਹਾ। ਡਾਕਟਰ ਸਚਿਦਾਨੰਦ ਸਿਨਹਾ ਆਪਣੇ ਇੱਕ ਵਾਰ ਦੇ ਲਈ ਅਸਥਾਈ ਪ੍ਰਧਾਨ ਬਣੇ ਸੀਗੇ। ਟੈਂਪਰੇਰੀ ਪ੍ਰਧਾਨ ਸੀਗੇ, ਅਸਥਾਈ ਪ੍ਰਧਾਨ ਸੀ। ਕੁਐਸਚਨ ਕੀ ਆਊਗਾ? ਆਪਣੀ ਜਿਹੜੀ ਸੰਵਿਧਾਨ ਸਭਾ ਸੀਗੀ ਉਹਦੇ ਪਹਿਲੇ यानी फस्ट ਜਾਂ अस्थाई प्रधान फस्ट और टैंपरेरी प्रेजिडेंट कौन सी? अपने डॉक्टर सचिदानंद सिन्हा। सिर्फ 2 दिन बैठी सी। सैकेंड बैठक सही 2 दिन बाद हुई सी 11 दसंबर 1946 ਨੂੰ ਹੋਈ ਸੀਗੀ ਤੇ ਇਹਦੇ ਪ੍ਰਧਾਨ ਬਣੇ ਸੀਗੇ। ਹੁਣ ਆਪਾਂ ਨੂੰ ਪਰਮਾਨੈਂਟ ਪ੍ਰੈਜ਼ੀਡੈਂਟ ਮਿਲ ਜਾਂਦੇ ਆ। ਡਾਕਟਰ ਰਾਜਿੰਦਰ ਪ੍ਰਸਾਦ ਜੀ ਜਿਹੜੇ ਹੈ डॉक्टर राजेंद्र प्रसाद जी इस दे परमानेंट प्रेजिडेंट सीगे। परमानेंट मतलब स्थाई प्रधान सीगे भी, स्थाई प्रधान परमानेंट प्रेजिडेंट सीगे। हुण देखो इस तो बाद यही रहे सीगे। मैं इत्थों भी दस दिना। अगला क्वेश्चन आ जाता है, सीधा क्वेश्चन आ जाता है सीए का प्रधान दसो भी। सीए का प्रधान दसो, इस दा प्रेजिडेंट कौन सीगा, प्रधान कौन सीगा भी? तो तुहाडा जवाब रहूगा कौन सीगे भी? अपने सीगे डॉक्टर राजेंद्र प्रसाद। डॉक्टर राजेंद्र प्रसाद, डॉक्टर राजेंद्र प्रसाद जी सीगे जिहड़े वो इस दे पहले स्थाई प्रधान सीगे। जे कदे पूछा जाए पहला कौन सी या अस्थाई कौन सी, उदों तुहाडा जवाब रहेगा वो सीगे डॉक्टर सचिदानंद सिन्हा जी। चलो तीसरी चीज़ आप लिख लैने 26 नवंबर 1949। मैं ये बारे ये इंपॉर्टेंस लिख दिना भी। ਇਹਦੀ ਇੰਪੋਰਟੈਂਸ ਕੀ ਗੱਲ ਹੈਗੀ ਹੈ? ਇਹਦੀ ਇੰਪੋਰਟੈਂਸ ਕੀ ਹੈ? ਇਸ ਦੀ ਇੰਪੋਰਟੈਂਸ ਕੀ ਹੈ ਕਿ ਇਸ ਨੂੰ ਕਿਹਾ ਜਾਂਦਾ ਹੈ ਕਨਸਟੀਟਿਊਸ਼ਨ ਡੇ। ਕਨਸਟੀਟਿਊਸ਼ਨ ਡੇ ਕਿਹਾ ਜਾਂਦਾ ਹੈ, ਠੀਕ ਹੈ। ਪੰਜਾਬੀ ਚ ਕਹੋਗੇ ਸੰਵਿਧਾਨ ਦਿਵਸ। ਇਸ ਦਿਨ ਅਸੀਂ ਸੰਵਿਧਾਨ ਦਿਵਸ ਮਨਾਉਂਦੇ ਹੁੰਦੇ ਹਾਂ, ਠੀਕ ਹੈ। ਸੰਵਿਧਾਨ ਦਿਵਸ ਆਪਣਾ ਜਿਹੜਾ ਹੈ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ 26 ਨਵੰਬਰ 1949 ਨੂੰ। ਆਪਣਾ ਜਿਹੜਾ ਕਨਸਟੀਟਿਊਸ਼ਨ ਕੰਪਲੀਟ ਹੋ ਗਿਆ ਸੀਗਾ। ਲਿਖਣਾ ਹੈ ਜਿਹੜਾ ਕੰਪਲੀਟ ਹੋ ਚੁੱਕਿਆ ਸੀ ਜੀ। ਉਮੀਦ ਕਰਦਾ ਸਮਝ ਆ ਗਿਆ ਹੋਊਗਾ। ਲਿਖ ਕੇ ਤਿਆਰ ਹੋ ਗਿਆ ਸੀਗਾ ਜੀ। ਮੈਂ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਜਿਹੜਾ ਆ ਸਮਾਂ ਸੀਗਾ 9 ਦਸੰਬਰ ਨੂੰ ਲਿਖਣਾ ਸਟਾਰਟ ਹੋਇਆ, ਇੱਥੋਂ ਤੱਕ 26 ਨਵੰਬਰ 1949 ਤੱਕ ਆਪਣੇ ਭਾਰਤੀ ਸੰਵਿਧਾਨ ਨੂੰ ਲਿਖਣ ਤੇ ਲੱਗਿਆ ਹੋਇਆ कुल समा कितना सीगा? तो तुसी जवाब देओगे, तुहाडा जवाब रहेगा सर 2 साल 11 महीने ते 18 दिन भारतीय संविधान नूं लिखण ते लग्या होया कुल समय जी। 2 साल 11 महीने 18 दिन भारतीय संविधान नूं लिखण ते होया कुल समय। लागू कदों कीता गया? तुसी कहोगे सर लागू कदों कीता गया? तो मेरा जवाब रहूगा जी 26 नवंबर 1950 नूं इस नूं साडे जिहड़ा है कॉन्स्टिट्यूशन नूं, साडे संविधान नूं जिहड़ा है लागू कर दिता गया। इनैक्टेड इस नूं लागू कर दिता गया सीगा जी। उम्मीद करदा भी पॉइंट्स क्लीयर हो गए होने। 9 दसंबर 1946 नूं पहली मीटिंग है, डॉक्टर सचिदानंद सिन्हा जी सीगे। 11 दसंबर 1946 नूं जिहड़ा है डॉक्टर राजेंद्र प्रसाद जी परमानेंट प्रेजिडेंट चुने गए है। 26 नवंबर नूं अपना जिहड़ा है कॉन्स्टिट्यूशन कंप्लीट होया सी। इस नूं आपां कॉन्स्टिट्यूशन डे दे तौर ते मनाउने। अच्छा इहनूं किस रूप च मनाउने आ भी आपां? इस नूं आपां किस फॉर्म च मनाउने आ? तो तुहाडा जवाब रहेगा किस फॉर्म च? रिपब्लिक डे। इस नूं आपां रिपब्लिक डे आपां गणराज गणतंत्र दिवस के तौर पर मनाउने आ। इन्ना क्लीयर हो गया जी। 2 महीने लेट क्यों किया? एक क्वेश्चन हैगा 2 महीने लेट क्यों किया? देखो इंपॉर्टेंट डेट्स बारे मैं चर्चा कर रहा सी। मैं पहला देखा आ सीए के मैंबरस कित्थों कित्थों चुन के आए हुए है। दूजा मैं देखा कुछ इंपॉर्टेंट डेट्स हैगियां। इंपॉर्टेंट डेट्स के विच मैं एक डेट होर लिखा दा तुहानूं ते नाले हिस्टोरिक बैकग्राउंड दस दिना। पहला तुसीं नोट कर सकते हो, आराम नाल नोट कर लो। हाँ जी, सो आप इंपॉर्टेंट डेट्स की डिस्कशन कर रहे हैं। 9 दिसंबर 1946 फस्ट मीटिंग ऑफ द सीए,
डॉक्टर सचिदानंद सिन्हा जी इसके प्रधानगी कर गए सी। 11 दसंबर 1946 डॉक्टर राजेंद्र प्रसाद जी परमानेंट प्रेजिडेंट चुने गए थे। 26 नवंबर 1949 कॉन्स्टिट्यूशन डे सैलीब्रेट करते हैं। इस दिन कॉन्स्टिट्यूशन लिखना कंप्लीट होया सीगा। 2 साल 11 महीने 18 दिन लग्या सी इसनूं समा। 26 जनवरी 1950 ਨੂੰ कॉन्स्टिट्यूशन लागू किया गया। रिपब्लिक डे सैलीब्रेट किया जाता जी। मैं उम्मीद करदा कॉन्सैप्ट्स क्लीयर हो गए होने तुहाडे। ਆਪਾਂ ਹੋਰ ਬਾਰੀਕੀ 'ਚ ਇਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। मैं एक इंपॉर्टेंट डेट होर लिखवा दा तुहानूं। मैं गल करना चाहूँगा 22 जुलाई 1947 ਨੂੰ सीए द्वारा नैशनल फ्लैग ਨੂੰ मतलब राष्ट्रीय झंडे ਨੂੰ ਜਿਹੜਾ है स्वीकृति दी गई सी। अपने राष्ट्रीय झंडे ਨੂੰ स्वीकार किया गया ਸੀਗਾ। आ कुछ डेट्स का आप क्रम लिख रहे सी तो मैं 5 डेट्स ਤੁਹਾਡੇ सामने लिखवातियां जी। नैक्सट पॉइंट बारे आप डिस्कशन करांगे। मेरा क्वेश्चन ये सीगा आ 2 महीने लेट क्यों किया? 2 महीने लेट करने का कारण की सीगा? कुछ यादां जुड़ियां होंदियां, आप उस याद नूं तरोताज़ा करते हुंदे आ। उस याद नूं तरोताज़ा करने का तरीका समझो जी। देखो अपना 28 दिसंबर 1885 ਨੂੰ बॉम्बे विखे बॉम्बे सर एओ ह्यूम द्वारा इंडियन नैशनल कांग्रेस ਨੂੰ एस्टैबलिश किया गया ਸੀਗਾ। इंडियन नैशनल कांग्रेस, भारतीय राष्ट्रीय कांग्रेस। ठीक है, तुसी हिस्ट्री पढ़ी होगी। इंडियन नैशनल कांग्रेस की जिहड़ी 1885 तो लैके 1929 तक जिहड़ी डिमांड सीगी अंग्रेज़ों तो, वो डिमांड की सीगी डोमीनियन स्टेट। डोमीनियन स्टेट, पहला तो डोमीनियन स्टेट का मीनिंग क्लीयर करो। असी आज़ादी के संघर्ष तो किया सी, पर साडी मंग की हुंदी सीगी डोमीनियन स्टेट। असी एक डोमीनियन स्टेट का दर्जा चाहते सीगे। डोमीनियन स्टेट की हुंदा है? डोमीनियन स्टेट हुंदा है साडी जिहड़ी फॉरन एजेंस मतलब अपनी डिफेंस किसी फॉरन एजेंसी के हत्थ च होगा, मतलब ब्रिटिशर के हत्थ होगा, या अपना फाइनांस अपना रेलवे जिहड़े मेन अदारे है जितों फ्रीडम की झलक मिलती है, वो किसी आप बाहरी अदारे के अंडर रखांगे, वैसे असी आज़ाद होवांगे। इस चीज़ की मंग करते आए सीगे। पर तुहानूं सब नूं याद होगा तो पता भी होना चाहिए है पंजाब की धरती ते होया सी नाले। ठीक है, कांग्रेस का हर साल एक सैशन हुंदा सी ते मैं गल कर रहा 29th नहीं 31st ऑफ दिसंबर 1929 लाहौर सैशन होया सीगा। लाहौर सैशन होया सी कादा? इंडियन नैशनल कांग्रेस का लाहौर सैशन होया सी। इस दी अध्यक्षता हर साल एक अध्यक्ष भी चुनिया जाता सीगा। जवाहर लाल नेहरू जी इस दे चेयरमैन सीगे। इस दे चेयरमैन सीगे, इस दे अध्यक्ष सीगे इस बैठक दे। असी मंग की इस दे विच पहली बार डिमांड की गई। कादी डिमांड की भी? स्वराज। सानू हुण स्वराज चाहिए, सानू सैल्फ रूल चाहिए। हुण कोई साडे कोई अदारा तुहाडे अंडर नहीं होगा। असी सिर्फ और सिर्फ आज़ादी की हवा च जिहड़ा महकना चाहुंदे आ। सो स्वराज का कंसैप्ट रखा गया सीगा। ये साडी डिमांड हो गई सी भी। उम्मीद करदा कॉन्सैप्ट तुहानूं क्लीयर हो गए होने। जिथे ना समझ आवे प्लीज़ कमेंट सैक्शन खुला है, कमेंट करो। हाले तक जो वीडियो को लाइक नहीं किया तो वीडियो को लाइक भी कर दो। जिन्हें भी फ्रेंड्स 59-94 की तैयारी कर रहे हैं उन्होंने तक वीडियो शेयर करो। ऐसे रात को मिडनाइट अद्धी रात को रावी दरिया के कंढे ते रावी दरिया के कंढे ते तिरंगा लहराया गया सीगा। तिरंगा किन्ना द्वारा? जवाहर लाल नेहरू जी द्वारा। पता होना चाहिए मिडनाइट को रावी दरिया के कंढे ते असी एक मैसेज लाता सीगा भी हुण तुहानूं तैयारियां वट लैनी चाहिए। तो इस दिन एक डेट मिथी गई सी 26 जनवरी 1930 ਨੂੰ असी की मनाया सीगा? इंडिपेंडेंस डे। इंडिपेंडेंस डे आज़ादी दिवस मना लिया सीगा भी असी आज़ाद हाँ। तो ऐसे डेट नूं इंपॉर्टेंट करते हुए, ऐसे नूं इंपॉर्टेंस दिंदे हुए आ देखो 26 जनवरी 1930 26 जनवरी ਨੂੰ ਅਸੀਂ 2 ਮਹੀਨੇ ਦਾ ਇੰਤਜ਼ਾਰ ਕੀਤਾ। 2 ਮਹੀਨੇ ਦਾ ਇੰਤਜ਼ਾਰ ਕਰਕੇ ਦੇਖੋ अपना संविधान इत्थे भी लागू हो सकता सी, पर पार्शल फॉर्म च लागू होए सी। सिर्फ 16 को आर्टिकल्स लागू किए गए सी। पूरी तरह लागू कदों किया गया? 26 जनवरी 1950 ਨੂੰ लागू किया गया सी। उम्मीद करदा भी आ 2 महीनों के गैप का जिहड़ा कारण है वह भी तुहानूं समझ आ गया होगा जी। सो एक बार थोड़ा जा जाणू हुन्ने आ, अपनी थोड़ा जा गल कर लैंदे इस बारे।
अपनी जिहड़ी CA दे टोटल मैंबर्स 399 है। प्रेजिडेंट सीगे जिहड़े राजिंदर प्रसाद जी। मैं कमेटीज़ की गल करना चाहूँगा, किन्नियां कमेटियां सीगियां जिहड़े संविधान दे लई वर्क कर रही सीगियां। टोटल 22 कमेटियां सीगियां, टोटल 22 कमेटी सीगियां, 22 कमेटी सी, 22 कमेटीज़। तो मैं सारिया कमेटियां बारे डिस्कशन नहीं करना चाहता, मैं डिस्कशन करना चाहूँ सिर्फ एक कमेटी बारे। मैं गल कर रहा ड्राफ्ट कमेटी बारे, ड्राफ्ट कमेटी बारे। ड्राफ्ट कमेटी पंजाबी च कह सकते हो मसौदा कमेटी, पंजाबी च कह सकते हो खरड़ा कमेटी, पंजाबी च कह सकते हो खरड़ा कमेटी। आपां इस कमेटी तो जाणू हुन्ने आ। ड्राफ्ट कमेटी बारे जिहड़ा पहला पॉइंट तुहानूं पता होना चाहिए है, लास्ट टू बी फॉर्मड। टोटल 22 कमेटियां सीगियां, उन्हां चों सब तो अंतिम बनी सीगी। अंतिम कदों बनी सी? भारत आजाद कदों होया सीगा भी? यस यस यू आर राइट, 15 अगस्त 1947। सही 2 हफ्तियां बाद 29 अगस्त 1947 ਨੂੰ ਜਿਹੜੀ है अपनी ड्राफ्ट कमेटी बनी सीगी। पहला क्वेश्चन। दूजा क्वेश्चन, किन्ने मैंबर सी? 7 मैंबर्स। इस दे 7 मैंबर सी। तीजा क्वेश्चन, इसदा चेयरमैन कौन सी? इसदा चेयरमैन कौन सी? डॉक्टर BR अंबेडकर। यस, जेकर तुहाडे माइंड च आही नाम आया भीमराव अंबेडकर जी का, तो तुसी बिल्कुल सही हैगे हो, जिन्होंने फादर ऑफ इंडियन कॉन्स्टिट्यूशन भी कहा जाता है, भारतीय संविधान के पितामह भी कहा जाता है। फादर ऑफ इंडियन कॉन्स्टिट्यूशन कहा जाता है, भारतीय संविधान के पितामह कह के सत्कारिया जाता है। कि यही नाम इंपॉर्टेंट है? एक नाम होर याद रखियो जी, 1934 पहली बार MN राव पहली बार कोई पर्सन जिसने गल की होवे कि यस भारत की अपनी संविधान सभा होनी चाहिए, भारत का संविधान होना चाहिए। कदे भी पहली बार किसी ने इंडिया च गल की सी तो उसी MN राव गल करके गए सीगे। एक नाम होर दस दिना, BN राव आ नाम लिख लो। तो मैं जिथे आप जनरल स्लाइड बनाई हुई है, जिथे आप कुछ कॉमन जे क्वेश्चन कढ़े हुए हैं, उत्थे मीनिंग लिखाउना। कौन सीगे? BN राव। कौन सीगे भी? BN राव सीगे अपने जिहड़े एडवाइजर, सलाहकार, एडवाइजर ऑफ CA, अपनी CA दे सलाहकार सीगे। सलाहकार मतलब इन्होंने टोटल 60 देशों के संविधान का एनालिसिस किया हुआ है। ठीक है, तो फिर ओबवियस जी गल है, एक्सपीरियंस बहुत ज़्यादा होगा। पता नहीं किन्ने देशों के संविधान है जिहड़ा इन्होंने जिहड़ा टिप्स ते पिया सीगा, तो इस करके इन्होंने एडवाइजर बनाया गया सी। BN राव तुहानूं पता होना चाहिए वैसे अपने पूरे विश्व की एक पंचायत है, इंटरनेशनल कोर्ट ऑफ जस्टिस हेग दे विच नीदरलैंड च हैगी है। भारत वालों पहले जज भी यही चुने गए सीगे। उत्थे अज तक भारत वालों 4 जज जिहड़े हो चुके हैं। BN राव रिसेंट दलवीर भंडारी तुसीं जरूर सुनिया होगा। BN राव पहले जज हुए सी ICJ दे विच, मतलब ICJ दे विच, इंटरनेशनल कोर्ट ऑफ जस्टिस दे विच। वो यही पर्सन सीगे, यही महान शख्सियत सीगे। होर दस दिना, मैं जनरल पॉइंट्स बारे गल कर रहा सीगा। फादर ऑफ इंडियन कॉन्स्टिट्यूशन किहनूं कहंदे हैं? फादर ऑफ इंडियन कॉन्स्टिट्यूशन, भारतीय संविधान का पितामह किसनूं मन्निया गया भी? यस, BR अंबेडकर जी। BR अंबेडकर जी। एक कॉमन जा क्वेश्चन होर है जिहड़ा अक्सर असी इस चीज़ तो जाणू नहीं हुंदे। कैलीग्राफी मतलब सुंदर लिखाई की कला हुंदी है। अपना भारतीय संविधान एक परसन होए है जिन्हां दी सुंदर लिखाई च लिखा गया है, तो आपां भी उन्हां दा नाम अलग तो लिखण की कोशिश करते हैं। प्रेम बिहारी नारायण, प्रेम बिहारी नारायण रायजादा, प्रेम बिहारी नारायण रायजादा। इन्हां दी सुंदर हैंडराइटिंग च जिहड़ा भारतीय संविधान लिखा गया है। उम्मीद करदा भी आ कंसैप्ट है जिहड़े कुछ जनरल पॉइंट्स में चक्कण की कोशिश की सी, तुहानूं समझ आ गए होने हैं। पॉइंट क्लीयर हो गया। अपने मैंबर्स बारे जानिया, 399 मैंबर हैगे है। 399 मैंबर्स तो एक याद होर आ गया पॉइंट्स, मैं वो भी पॉइंट क्लीयर करदा तुहाडे नाल। लो जी, तुसीं कह सकते हो CA दे मैंबर किन्ने सीगे? CA दे टोटल मैंबर्स
ਸੰਵਿਧਾਨ ਸਭਾ ਦੇ ਕੁੱਲ ਮੈਂਬਰਸ ਕਿੰਨੇ ਸੀਗੇ? ਤੁਹਾਡਾ ਜਵਾਬ ਰਹੇਗਾ ਸਰ देयर आर 389 ਮੈਂਬਰਸ, 399 ਮੈਂਬਰ ਸੀ। ਪਰ ਮੇਰਾ ਅਗਲਾ ਹੀ ਕੁਐਸਚਨ ਹੈਗਾ ਜੀ, ਸੀਏ ਦੇ ਮੈਂਬਰ ਕਿੰਨੇ ਸੀਗੇ ਆਫਟਰ ਇੰਡੀਪੈਂਡੈਂਸ, ਆਜ਼ਾਦੀ ਤੋਂ ਬਾਅਦ ਕਿੰਨੇ ਸੀਗੇ? ਤੁਹਾਡਾ ਜਵਾਬ ਰਹਿਣਾ ਚਾਹੀਦਾ ਸਰ देयर आर 299 ਮੈਂਬਰਸ। ਕਿਉਂ? ਕਿਉਂਕਿ ਮੁਸਲਿਮ ਲੀਗ ਦੇ ਜਿੰਨੇ ਵੀ ਮੈਂਬਰ ਸੀਗੇ 14 ਅਗਸਤ 1947 ਨੂੰ ਪਾਕਿਸਤਾਨ ਆਜ਼ਾਦ ਹੋਇਆ ਸੀ, ਉਧਰ ਚਲੇ ਗਏ ਸੀ, 299 ਬਚ ਗਏ ਸੀ। ਇੱਕ ਮੈਂ ਹੋਰ ਪੁਆਇੰਟ ਕਲੀਅਰ ਕੀਤਾ ਹੈ, ਥੋੜਾ ਜਿਹਾ ਆਪਾਂ ਸੈਕੰਡ ਸਲਾਈਡ ਤੇ ਜਾਂਦੇ ਆ, मीनिंग क्लीयर करो, समझते हैं उसनू। आ देखो भी संविधान लिखवाउण दा काम कीता सीगा, मसौदा किने तैयार कीता सी, ड्राफ्ट किने कीता सी तैयार? BR अंबेडकर जी ने। वो संविधान सौंपना किनू सीगा? आ सौंपना सीगा डॉक्टर राजिंदर प्रसाद जी नू। सौंपिया कदों गया? मैं कुछ इंपॉर्टेंट डेट्स लिखिया सीगियां, आ लो। 26 जनवरी 1950 नू संविधान लागू होया, सही 2 दिन पहला डॉक्टर BR अंबेडकर जी ने वो जिहड़ी संविधान पवित्र बुक सीगी ਉਹ ਡਾਕਟਰ ਰਾਜਿੰਦਰ ਪ੍ਰਸਾਦ ਜੀ ਹੈ ਇਹਨਾਂ ਨੂੰ ਸੌਂਪੀ ਗਈ ਸੀਗੀ। ਤਾਂ ਯਾਦ ਰੱਖਿਓ ਜੀ ਉਸ ਦਿਨ ਸਾਈਨ ਹੋਏ ਸੀਗੇ। ਪੁੱਛਿਆ ਜਾਂਦਾ ਹੁੰਦਾ ਹੈ ਸਿਗਨੇਚਰ ਕਿੰਨਿਆਂ ਦੇ ਸੀਗੇ, ਹਸਤਾਖਰ ਕਿੰਨਿਆਂ ਦੇ ਸੀਗੇ? ਤਾਂ ਤੁਸੀਂ ਯਾਦ ਰੱਖਿਓ ਜੀ 284 ਦੇ ਹਸਤਾਖਰ ਸੀਗੇ, 284 ਦੇ ਸਾਈਨ ਸੀਗੇ। ਆ ਸਾਈਨ ਵੀ 2 ਦਿਨ ਪਹਿਲਾਂ ਹੋਏ ਸੀਗੇ ਵੀ ਜਦੋਂ ਆਪਣਾ ਭਾਰਤੀ ਸੰਵਿਧਾਨ ਲਾਗੂ ਹੋਇਆ ਸੀਗਾ। 24 जनवरी 1950 ਨੂੰ ਜਿਹੜਾ ਹੈ ਸਿਗਨੇਚਰ ਹੋਏ ਸੀਗੇ, 284 ਬੰਦਿਆਂ ਦੇ ਸਾਈਨ ਹੈਗੇ ਆ। ਉਮੀਦ ਕਰਦਾ ਕਨਸੈਪਟ ਹੈ ਤੁਹਾਡੇ ਕਲੀਅਰ ਹੋ ਗਏ ਹੋਣੇ। ਵੀਡੀਓ ਪੌਜ਼ ਕਰੋ, ਆਰਾਮ ਨਾਲ ਨੋਟ ਕਰੋ, ਸੋਚੋ ਸਮਝੋ ਵਿਚਾਰੋ, ਕੁਝ ਡਾਊਟ ਹੈ ਜੀ ਪੁੱਛ ਸਕਦੇ ਹੋ, ਠੀਕ ਹੈ ਜੀ। ਮੈਂ ਇੱਕ ਕੰਮ ਤੋਂ ਹੋਰ ਜਾਣੂ ਕਰਵਾ ਦਾਂ ਸੀਏ ਦੇ। ਉਹ ਸੀਏ ਦਾ ਕੰਮ ਕੀ ਹੈ? ਸੀਏ ਦੇ 2 ਕੰਮ ਸੀ ਪਹਿਲਾਂ ਤਾਂ, ਬੇਸਿਕਲੀ ਆ ਸਮਝੋ ਜੀ, 2 ਚੀਜ਼ਾਂ ਨੂੰ ਬੜਾ ਇੱਥੇ ਬਾਰੀਕੀ ਨਾਲ ਕਲੀਅਰ ਕਰਨਾ ਹੈ। ਸੀਏ ਦੇ ਆਪਣੇ 2 ਕੰਮ ਸੀਗੇ। ਪਹਿਲਾ ਕੰਮ ਸੀ ਟੂ ਮੇਕ ਕਨਸਟੀਟਿਊਸ਼ਨ, ਸੰਵਿਧਾਨ ਦਾ ਨਿਰਮਾਣ ਕਰਨਾ। ਪਹਿਲਾ ਕੰਮ ਸੀ ਸੰਵਿਧਾਨ ਨਿਰਮਾਣ, ਠੀਕ ਹੈ। ਸੰਵਿਧਾਨ ਨਿਰਮਾਣ ਦਾ ਕੰਮ ਆਪਣਾ ਕਦੋਂ ਚੱਲਿਆ ਸੀ? ਅਭੀ 9 ਦਸੰਬਰ 1946 ਨੂੰ ਤੋਂ ਲੈ ਕੇ 26 ਨਵੰਬਰ 1949 ਤੱਕ ਹੈ ਜਿਹੜਾ ਆਪਣੇ ਸੰਵਿਧਾਨ ਲਿਖਣ ਦਾ ਕੰਮ ਚੱਲਿਆ ਸੀ। ਪਤਾ ਹੀ ਹੋਣਾ 2 ਸਾਲ 11 ਮਹੀਨੇ 18 ਦਿਨ ਇੱਥੋਂ ਤੱਕ ਆਪਣਾ ਸੰਵਿਧਾਨ ਲਿਖਿਆ ਗਿਆ ਸੀਗਾ। ਆ ਜਿਹੜਾ ਸੰਵਿਧਾਨ ਲਿਖਣ ਦਾ ਕੰਮ ਕੀਤਾ ਜਾ ਰਿਹਾ ਸੀ, ਇਹਦੇ ਪ੍ਰਧਾਨ ਕੌਣ ਸੀਗੇ? ਡਾਕਟਰ ਰਾਜਿੰਦਰ ਪ੍ਰਸਾਦ ਜੀ ਸੀਗੇ ਜਿਹੜੇ ਇਸ ਦੀ ਪ੍ਰਧਾਨਗੀ ਕਰ ਰਹੇ ਸੀਗੇ। ਦੂਜਾ ਪੁਆਇੰਟ ਸੀਏ ਆਹੀ ਸੀ, ਜੇ ਤੁਹਾਨੂੰ ਯਾਦ ਹੋਵੇ 15 ਅਗਸਤ 1947 ਨੂੰ ਤਾਂ ਭਾਰਤ ਆਜ਼ਾਦ ਹੀ ਹੋ ਗਿਆ ਸੀ, ਗੋਰੇ ਤਾਂ ਚਲੇ ਗਏ ਸੀਗੇ। ਸੰਵਿਧਾਨ ਲਿਖਣ ਦਾ ਕੰਮ ਤਾਂ ਦੇਖੋ 2 ਸਾਲ ਤੇ ਹਲੇ ਜਿਹੜਾ ਹੈ 3 ਮਹੀਨੇ ਉੱਪਰ ਹੋਰ ਲੰਘ ਗਏ ਤੇ ਹਜੇ ਤੱਕ ਸੰਵਿਧਾਨ ਲਿਖਣ ਦਾ ਕੰਮ ਚੱਲ ਰਿਹਾ। ਉਨੀ ਦੇਰ SACM ਨੇ ਬਤੌਰ ਅੰਤਰਿਮ ਸੰਸਦ ਵੀ ਕੰਮ ਕੀਤਾ ਹੋਇਆ, ਬਤੌਰ ਇੰਟਰਿਮ ਅੰਤਰਿਮ ਸੰਸਦ ਜਿਹੜਾ ਹੈ ਕੰਮ ਕੀਤਾ ਹੋਇਆ। ਅੰਤਰਿਮ ਸੰਸਦ ਦੇਖੋ, ਹੁਣ ਅੰਗਰੇਜ਼ ਗੋਰੇ ਚਲੇ ਗਏ, ਆਪਣੇ ਸੰਵਿਧਾਨ ਲਿਖਣ ਦਾ ਜਿਹੜਾ ਹੈ SACA ਨੇ ਪਰਸਨ ਉਹੀ ਹੈਗੇ ਆ, ਮੈਂਬਰ ਉਹੀ ਹੈਗੇ ਆ, ਪਰ ਇਸ ਨੇ ਦੂਜਾ ਕੰਮ ਸੰਭਾਲ ਲਿਆ। ਕਿਹੜਾ ਕੰਮ ਸੰਭਾਲਿਆ ਸੀਗਾ? ਇੰਟਰਿਮ ਪਾਰਲੀਮੈਂਟ ਦਾ। ਕਦੋਂ ਤੋਂ ਕਦੋਂ ਤੱਕ ਚੱਲਿਆ ਸੀਗਾ? 17 ਨਵੰਬਰ 1947 ਨੂੰ ਗੋਰਿਆਂ ਦੇ ਜਾਣ ਤੋਂ 2 ਮਹੀਨੇ 2 ਦਿਨਾਂ ਬਾਅਦ ਕੰਮ ਸ਼ੁਰੂ ਕੀਤਾ ਸੀਗਾ। ਤੋਂ ਲੈ ਕੇ ਕਦੋਂ ਤੱਕ? 13 ਮਈ 1952 ਤੱਕ, ਜਦੋਂ ਤੱਕ ਸਾਡੀ ਪਾਰਲੀਮੈਂਟ ਨਹੀਂ ਬਣੀ। ਆ 13 ਮਈ ਤਾਂ ਯਾਦ ਹੋਊਗਾ, ਜੇ ਨਹੀਂ ਯਾਦ ਤਾਂ ਮੈਂ ਮੋਟੇ ਤੌਰ ਤੇ ਦੱਸ ਦਿੰਨਾ। ਜਿਹੜੀ ਆਪਣੀ ਪਾਰਲੀਮੈਂਟ ਹੈਗੀ ਹੈ, ਅੱਜ ਦੀ ਪਾਰਲੀਮੈਂਟ ਹੈ, ਠੀਕ ਹੈ। ਲੋਕ ਸਭਾ ਕਦੇ ਵੀ ਆ ਦੋਨਾਂ ਚੀਜ਼ਾਂ ਬਾਰੇ ਆ ਜੇ, ਭਾਵੇਂ ਰਾਜ ਸਭਾ ਦਾ ਪੁੱਛ ਲੇ, ਭਾਵੇਂ ਲੋਕ ਸਭਾ ਪੁੱਛ ਲੇ, ਭਾਵੇਂ ਰਾਜ ਸਭਾ ਪੁੱਛ ਲੇ ਤੇ ਭਾਵੇਂ ਪਾਰਲੀਮੈਂਟ ਪੁੱਛ ਲੇ, ਇਹਦੀ ਜੇਕਰ ਫਸਟ ਮੀਟਿੰਗ ਪੁੱਛੀ ਜਾਂਦੀ ਹੈ ਨਾ, ਫਸਟ ਮੀਟਿੰਗ 13 ਮਈ 1952 ਨੂੰ ਹੋਈ ਸੀਗੀ। ਤਾਂ ਉਸੇ ਦਿਨ ਉੱਥੋਂ ਤੱਕ ਹੈ ਜਿਹੜੀ SCA ਨੇ ਬਤੌਰ ਇੰਟਰਿਮ ਪਾਰਲੀਮੈਂਟ ਵੀ ਕੰਮ ਕੀਤਾ ਹੋਇਆ। ਲੋਕ ਸਭਾ ਦੀ, ਰਾਜ ਸਭਾ ਦੀ, ਸੰਸਦ ਦੀ ਜਿਹੜੀ ਪਹਿਲੀ ਬੈਠਕ ਹੈ ਜਿਹੜੀ ਉਹ 13 ਮਈ 1952 ਨੂੰ ਹੋਈ ਸੀਗੀ ਜੀ। ਮੈਂ ਉਮੀਦ ਕਰਦਾ ਕਿ ਸਾਰੇ ਪੁਆਇੰਟਸ ਹੈ ਜਿਹੜੇ ਚੰਗੇ ਤਰੀਕੇ ਨਾਲ ਤੁਹਾਨੂੰ ਕਲੀਅਰ ਹੋ ਗਏ ਹੋਣੇ। ਕਿਸੇ ਤਰ੍ਹਾਂ ਦਾ ਡਾਊਟ ਕੁਐਰੀ ਹੈ, ਕਮੈਂਟ ਸੈਕਸ਼ਨ ਤੁਹਾਡੇ ਲਈ ਖੁੱਲ੍ਹਾ ਹੈ ਜੀ। ਆਓ ਤੁਹਾਡੇ ਡਾਊਟਸ ਪੁੱਛੋ, ਕੁਐਰੀਜ਼ ਪੁੱਛੋ।
ਡੈਮੋ ਲੈਕਚਰਸ ਦਾ ਪਹਿਲਾ ਸੈਸ਼ਨ ਸੀ, 2 ਸੈਸ਼ਨ ਹੋਰ ਹੋਣਗੇ। ਜੇਕਰ ਲੱਗਦਾ ਹੈ ਕਿ ਇਹ ਸੈਸ਼ਨ ਤੁਹਾਡੇ ਲਈ ਹੈਲਪਫੁਲ ਸੀ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਹੈ ਤੇ ਬਹੁਤੀ ਦੇਰ ਨਹੀਂ ਕਰਨੀ ਵੀ। ਆਪਣਾ ਜਿਹੜਾ ਬੈਚ ਹੈ ਉਹ ਸ਼ੁਰੂ ਹੋ ਚੁੱਕਿਆ ਹੈ। ਕਿਸੇ ਵੀ ਤਰ੍ਹਾਂ ਦੀ ਕੁਐਰੀ ਦੇ ਲਈ ਆਨਲਾਈਨ ਤੁਸੀਂ ਜੁਆਇਨ ਕਰਨ ਦੇ ਲਈ ਜਿਹੜਾ ਇਸ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਜੋ ਵੀ ਤੁਹਾਡੀ ਡਾਊਟ ਕੁਐਰੀ ਪੁੱਛ ਸਕਦੇ ਹੋ। ਜੋ ਵੀ ਡਿਟੇਲ ਹੈ ਇਸ ਨੰਬਰ ਤੇ ਤੁਹਾਨੂੰ ਜਿਹੜਾ ਦੱਸ ਦਿੱਤੀ ਜਾਊਗੀ। ਜਲਦੀ ਤੋਂ ਜਲਦੀ ਇਸ ਬੈਚ ਦਾ ਹਿੱਸਾ ਬਣੋ। ਸੋ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਬਹੁਤ ਸ਼ੁਕਰਾਨੇ, ਬਹੁਤ ਬਹੁਤ ਪਿਆਰ। ਥੈਂਕ ਯੂ।